Tandoori range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪੰਜਾਬ ਦੀ ਸਿਆਸਤ 'ਚ ਭਖਿਆ ਬੀਜ ਘੁਟਾਲੇ ਦਾ ਮਾਮਲਾ। ਤ੍ਰਿਪਤ ਬਾਜਵਾ ਤੇ ਸੁਖਬੀਰ ਬਾਦਲ ਆਮੋ ਸਾਹਮਣੇ। ਤਰਨਤਾਰਨ 'ਚ ਨਿਕਾਸੀ ਨਾਲੇ ਦੀ ਪਾਈਪ ਕਾਰਨ ਤੋਂ ਪਰਿਵਾਰਾਂ ਵਿੱਚ ਹੋਇਆ ਝਗੜਾ। ਇੱਕ ਵਿਅਕਤੀ ਦੀ ਹੋਈ ਮੌਤ ਤੇ ਅੱਧੇ ਦਰਜਨ ਦੇ ਕਰੀਬ ਹੋਏ ਜ਼ਖਮੀ। ਅਜਨਾਲਾ 'ਚ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ। ਸਰਕਾਰ ਵੱਲੋਂ ਮੋਟਰਾਂ ਦੇ ਬਿੱਲ ਲਾਗੂ ਕਰਨ ਦੀ ਤਿਆਰੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿੱਚ ਸਰਕਾਰ ਤੇ ਵਿਰੋਧੀ ਧਿਰ ਕਿਸੇ ਨਾ ਕਿਸੇ ਮੁੱਦੇ ਕਾਰਨ ਆਮੋ ਸਾਹਮਣੇ ਰਹਿੰਦੇ ਨੇ ਤੇ ਹੁਣ ਪੰਜਾਬ ਸਰਕਾਰ ਖਿਲਾਫ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਜੀ ਹਾਂ, ਪੰਜਾਬ ਦੀ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਭਖੇ ਵੀ ਕਿਉਂ ਨਾ, ਕਿਉਂਕਿ ਪਹਿਲਾਂ ਸ਼ਰਾਬ ਘੁਟਾਲਾ ਤੇ ਹੁਣ ਬੀਜ ਘੁਟਾਲੇ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ, ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਮੋ ਸਾਹਮਣੇ ਨੇ। ਆਓ ਵੇਖਦੇ ਹਾਂ ਖਾਸ ਰਿਪੋਰਟ। ਪੰਜਾਬ ਦੀ ਸਿਆਸਤ ਦੇ ਵਿੱਚ ਬੀਜ ਘੁਟਾਲਾ ਗਰਮਾਉਂਦਾ ਹੀ ਜਾ ਰਿਹਾ ਹੈ। ਜੀ ਹਾਂ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ। ਉਹਨਾਂ ਦਾ ਕਹਿਣਾ ਸੀ ਕਿ ਡੇਰਾ ਬਾਬਾ ਨਾਨਕ ਦੀ ਇੱਕ ਬੀਜ ਫੈਕਟਰੀ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੀ ਮਿਲੀ ਭੁਗਤ ਹੈ, ਜਿਸ ਕਾਰਨ ਉਹ ਕਿਸਾਨਾਂ ਦੀ ਲੁੱਟ ਕਰ ਰਹੇ ਨੇ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਦੇ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਆਪਣੀ ਸਫਾਈ ਦਿੱਤੀ ਗਈ, ਪਰ ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੁੰਦਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਵੀ ਪੰਜਾਬ ਸਰਕਾਰ ਤੇ ਕਈ ਸਵਾਲ ਚੁੱਕਤੇ। ਜੀ ਹਾਂ, ਪੰਜਾਬ ਸਰਕਾਰ ਚੌਂ ਤਰਫਾਂ ਤੋਂ ਘਿਰ ਚੁੱਕੀ ਹੈ। ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਬੀਜ ਘੁਟਾਲੇ, ਸ਼ਰਾਬ ਘੁਟਾਲੇ ਤੇ ਬਿਜਲੀ ਵਰਗੇ ਕਈ ਮੁੱਦਿਆਂ ਤੇ ਘੇਰਿਆ ਤੇ ਹੁਣ ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਮੋ ਸਾਹਮਣੇ ਨੇ। ਹੁਣ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਜੋ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਹੈ, ਇਹ ਧੱਕਾ ਸਹਿਣਯੋਗ ਨਹੀਂ ਹੈ। ਕਿਸਾਨਾਂ ਦੇ ਨਾਲ ਲੁੱਟ ਹੋਈ ਹੈ। ਬੀਜ ਘੁਟਾਲਾ ਕੁਇੰਟਲਾਂ ਦੇ ਭਾਅ ਦੇ ਵਿੱਚ ਹੋਇਆ ਹੈ। ਆਓ ਸੁਣਦੇ ਹਾਂ ਕੀ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਨੇ। ਤੇ ਵਾਪਸ ਅਸੀਂ ਬਿੱਲ ਉਹਨਾਂ ਪੈਸੇ ਦੇ ਦਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਲੀਅਰਲੀ ਆ ਪ੍ਰਪੋਜ਼ਲ ਰਿਜੈਕਟ ਕੀਤਾ। ਆ ਇੱਕ ਸਾਜ਼ਿਸ਼ ਹੈ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਪਹਿਲੇ ਵੀ ਮੁੱਖ ਮੰਤਰੀ ਸੀ 2002 ਤੇ 2007 ਵਿੱਚ, ਉਦੋਂ ਵੀ ਉਹਨਾਂ ਨੇ ਟਿਊਬਲਾਂ ਦੇ ਬਿੱਲ ਲਾਏ। ਜਦੋਂ ਬਿੱਲ ਲਾ ਕੇ ਜਦੋਂ ਸਾਲ ਡੇਢ ਸਾਲ ਰੱਖੇ, ਜਦੋਂ ਇਲੈਕਸ਼ਨ ਆ ਗਏ ਉਹਨਾਂ ਨੂੰ ਵਾਪਸ ਲਏ। ਹੁਣ ਉਹੀ ਸਾਜ਼ਿਸ਼ ਦੇ ਤਹਿਤ ਹੁਣ ਫਿਰ ਤੋਂ ਲਾਉਣਾ ਚਾਹੁੰਦੇ ਆ। ਸੋ ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੇਗਾ। ਪੰਜਾਬ ਦੇ ਕਿਸਾਨਾਂ ਦੇ ਨਾਲ ਖੜ ਕੇ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ, ਪੰਜਾਬ ਦੇ ਕਿਸਾਨਾਂ ਨੂੰ, ਕਿਸਾਨਾਂ ਦੀ ਲੜਾਈ ਅਸੀਂ ਲੜਾਂਗੇ ਤੇ ਕਿਸੇ ਹਾਲਤ ਵਿੱਚ ਆ ਜਿਹੜਾ ਕਾਂਗਰਸ ਦੀ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਨਿਸ਼ਾਨਾ ਉਹ ਅਸੀਂ ਪੂਰਾ ਹੋਣ ਨਹੀਂ ਦੇਵਾਂਗੇ। ਦੂਜੀ ਗੱਲ, ਪੰਜਾਬ ਵਿੱਚ ਕਾਂਗਰਸ ਦੇ ਲੀਡਰ, ਕਾਂਗਰਸ ਦੇ ਮੰਤਰੀ ਆਪਣੇ ਚਹੇਤਿਆਂ ਰਾਹੀਂ ਲੁੱਟ ਰਹੇ ਆ। ਲੋਕਾਂ ਦੀਆਂ, ਕਿਸਾਨਾਂ ਦੀਆਂ, ਗਰੀਬਾਂ ਦੀਆਂ ਜਾਨਾਂ ਤੇ ਖੇਡ ਰਹੇ ਆ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਨਕਲੀ ਬੀਜ ਦੇ ਕੇ ਕਿਸਾਨਾਂ ਦੀ ਪਿੱਠ ਤੇ ਛੁਰਾ ਮਾਰਨਾ। ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਨਾਲੋਂ ਵੀ ਜ਼ਿਆਦਾ ਮਿਹਨਤ ਕਰਕੇ ਆਪਣੇ ਫਸਲ ਉਗਾਉਂਦੇ ਹਨ, ਪਰ ਮੈਨੂੰ ਬੜਾ ਦੁੱਖ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀਆਂ ਦੀ ਸਪੋਰਟ ਨਾਲ ਕਈ ਅਜਿਹੇ ਲੋਕ ਅੱਗੇ ਬਾਜ਼ਾਰ 'ਚ ਆ ਗਏ ਜੇ ਨਕਲੀ ਬੀਜ ਜਿਹੜਾ ਕੇਸ ਰਜਿਸਟਰ ਹੋਇਆ ਹੈ। ਦੇਖੋ, ਕੇਸ ਰਜਿਸਟਰ ਕੋਈ ਸਰਕਾਰ ਨੇ ਉਦੋਂ ਕੀਤਾ ਕਿਉਂਕਿ ਕਿਸਾਨਾਂ ਨੇ ਜਦੋਂ ਰੌਲਾ ਪਾਇਆ, ਤੇ ਵੱਡੀ ਗੱਲ ਹੈ ਕੇਸ ਰਜਿਸਟਰ ਤੁਸੀਂ ਕਰਤਾ। ਬਰਾਰ ਸੀਡ ਜਿੱਥੋਂ ਕਿਹਦੇ ਖਿਲਾਫ ਕੇਸ ਰਜਿਸਟਰ ਹੋਇਆ ਉਹ ਅੱਜ ਵੀ ਖੁੱਲ੍ਹਾ ਹੈ।
ਅੱਜ ਵੀ ਬੀਜ ਵੇਚ ਰਿਹਾ। ਜੇ ਨਕਲੀ ਬੀਜ ਕਿਤੋਂ ਮਿਲ ਜਾਣ ਕੀ ਉਹ ਦੁਕਾਨ ਬੰਦ ਨਹੀਂ ਹੋਣੀ ਚਾਹੀਦੀ? ਉਹ ਇਨਸਾਨ, ਉਹ ਜਿਹੜਾ ਬੰਦਾ ਜਿਹੜਾ ਵੇਚ ਰਿਹਾ ਉਹ ਅੰਦਰ ਨਹੀਂ ਹੋਣਾ ਚਾਹੀਦਾ? ਪਰ ਨਹੀਂ, ਕਿਉਂਕਿ ਉਹਨਾਂ ਨੂੰ ਪੋਲੀਟੀਕਲ ਕਾਂਗਰਸ ਦੀ ਸਪੋਰਟ ਹੈ, ਲੀਡਰਾਂ ਦੀ ਸਪੋਰਟ ਹੈ, ਤੇ ਉਹ ਬਰਾੜ ਸੀਡ ਵੀ ਖੁੱਲ੍ਹਾ ਹੈ। ਤੇ ਬਰਾੜ ਸੀਡ ਨੇ ਜਿੱਥੋਂ ਸੀਡ ਲਿੱਤਾ, ਕਰਨਾਲ ਸੀਡ, ਹੁਣ ਕਰਨਾਲ ਸੀਡ ਨੂੰ ਅੱਜ ਤੱਕ ਕਾਂਗਰਸ ਦੀ ਸਰਕਾਰ ਨੇ ਇੱਕ ਨੋਟਿਸ ਵੀ ਨਹੀਂ ਦਿੱਤਾ, ਇੱਕ ਉੱਥੇ ਪੁਲਿਸ ਦਾ ਇੱਕ ਸਿਪਾਹੀ ਵੀ ਨਹੀਂ ਗਿਆ। ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੁੰਦਾ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਸੁਖਬੀਰ ਸਿੰਘ ਬਾਦਲ ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਬੀਜ ਘੁਟਾਲੇ ਨੂੰ ਲੈ ਕੇ ਨਿਰਪੱਖ ਜਾਂਚ ਦੇ ਲਈ ਤਿਆਰ ਹੈ। ਦੇਖੋ 100% ਝੂਠ ਹੈ, ਕੋਈ ਕੈਬਨਿਟ 'ਚ ਫੈਸਲਾ ਨਹੀਂ ਹੋਇਆ। ਕੈਬਨਿਟ 'ਚ ਜੋ ਸੈਂਟਰ ਸਰਕਾਰ ਨੇ ਸਾਡੇ ਤੇ ਸ਼ਰਤਾਂ ਲਾਈਆਂ ਉਹਦੇ ਬਾਰੇ ਡਿਸਕਸ਼ਨ ਹੋਈ। ਜਿਹੜੇ ਵੀਰ ਸਾਨੂੰ ਅੱਜ ਸਵਾਲ ਕਰਨ ਦੇ ਨੇ ਵੀ ਪੰਜਾਬ ਕਾਂਗਰਸ ਸਰਕਾਰ ਜਾਂ ਕਾਂਗਰਸ ਪਾਰਟੀ ਬਿਜਲੀ ਦੇ ਬਿੱਲ ਆ ਰਹੀ ਹੈ, ਉਹਨਾਂ ਦੀ ਦਿੱਲੀ 'ਚ ਭਾਈਵਾਲੀ ਹੈ। ਮੈਂ ਉਹਨਾਂ ਵੀਰਾਂ ਨੂੰ ਤੇ ਬੀਬੀ ਹਰਸਿਮਰਤ ਨੂੰ, ਆਪਣੀ ਭੈਣ ਨੂੰ ਪੁੱਛਣਾ ਵੀ ਆ ਜਿਹੜਾ ਸਾਨੂੰ ਕੰਡੀਸ਼ਨਾਂ ਆਈਆਂ ਨੇ ਵੀ ਤੁਸੀਂ 2% ਲੋਨ ਵੱਧ ਲੈ ਸਕਦੇ ਹੋ, ਉਹਨਾਂ ਦੀਆਂ ਜੋ ਕੰਡੀਸ਼ਨਾਂ ਆਈਆਂ ਨੇ ਕੀ ਉਹ ਸਾਡੀ ਸੈਂਟਰ ਦੀ ਕੈਬਨਿਟ ਮਿਨਿਸਟਰ ਨੇ ਪੜ੍ਹੀਆਂ ਨੇ? ਜੇ ਨਹੀਂ ਪੜ੍ਹੀਆਂ ਤੇ ਜ਼ਰੂਰ ਪੜ੍ਹ ਲਵੇ। ਇਹ ਸ਼ਰਤ ਉਹਨਾਂ ਦੀ ਆ ਵੀ ਤੁਸੀਂ ਜੇ ਕਿਸਾਨਾਂ ਦੇ ਬਿੱਲ ਲਾਓਗੇ ਤੇ ਫਿਰ ਤੁਸੀਂ ਕਰਜ਼ਾ ਲੈ ਸਕਦੇ ਹੋ। ਅਸੀਂ ਕੈਪਟਨ ਸਾਹਿਬ ਨੇ ਫੈਸਲਾ ਕੀਤਾ ਕਰਜ਼ਾ ਲਈਏ ਨਾ ਲਈਏ, ਅਸੀਂ ਬਿੱਲ ਨਹੀਂ ਲਾਉਣੇ। ਅਸੀਂ ਸੜਕਾਂ ਨਾ ਬਣਾਵਾਂਗੇ, ਗਲੀਆਂ ਨਾ ਬਣਾਵਾਂਗੇ, ਪਰ ਬਿੱਲ ਨਹੀਂ ਲਾਉਣੇ। ਬੜੇ ਕਲੀਅਰ ਕੱਟ ਫੈਸਲਾ, ਬੜਾ ਕਲੀਅਰ ਹੈ, ਹਰ ਬੰਦਾ, ਹਰ ਕਾਂਗਰਸੀ ਕਲੀਅਰ ਹੈ। ਪੰਜਾਬ ਦੀ ਸਿਆਸਤ 'ਚ ਕੋਈ ਨਾ ਕੋਈ ਮਾਮਲਾ ਭਖਦਾ ਹੀ ਰਹਿੰਦਾ ਏ, ਪਰ ਹੁਣ ਸ਼ਰਾਬ ਘੁਟਾਲੇ ਤੇ ਬੀਜ ਘੁਟਾਲੇ ਨੇ ਇੱਕ ਨਵਾਂ ਰੂਪ ਲੈ ਲਿਆ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਦੋਂ ਸ਼ਾਂਤ ਹੋਵੇਗਾ। ਨਿਊਜ਼ ਡੈਸਕ ਤੋਂ ਸਤਵਿੰਦਰ ਰੰਧਾਵਾ ਦੀ ਰਿਪੋਰਟ। ਅੰਮ੍ਰਿਤਸਰ ਦੇ ਮੁਸਤਾਫਾਬਾਦ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਥੇ ਹਮਲਾਵਰ ਫਿਲਮੀ ਅੰਦਾਜ਼ ਵਿੱਚ ਆ ਕੇ ਗੋਲੀਆਂ ਚਲਾ ਕੇ ਭੱਜ ਗਏ। ਮਿਲੀ ਜਾਣਕਾਰੀ ਅਨੁਸਾਰ ਇੱਥੇ ਰਹਿਣ ਵਾਲੇ ਅਮਨਦੀਪ ਸਿੰਘ ਨਾਂ ਦੇ ਨੌਜਵਾਨ ਨੂੰ 3 ਮੋਟਰਸਾਈਕਲ ਤੇ ਸਵਾਰ ਹੋ ਕੇ ਲੜਕੇ ਉਸ ਨੂੰ ਇਹ ਝੂਠ ਬੋਲ ਕੇ ਲੈ ਜਾਣ ਲੱਗੇ ਕਿ ਉਸ ਦੀ ਭੈਣ ਨੂੰ CIA ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪਰ ਘਰ ਦੇ ਅੱਗੇ ਅਚਾਨਕ ਲੋਕਾਂ ਦੇ ਇਕੱਠ ਨੂੰ ਦੇਖ ਕੇ ਉਸ ਦੀ ਭੈਣ ਮੌਕੇ ਤੇ ਪਹੁੰਚ ਗਈ। ਜਦੋਂ ਇਹਨਾਂ 3 ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵਿੱਚੋਂ ਇੱਕ ਨੇ ਗੋਲੀ ਚਲਾ ਦਿੱਤੀ ਜੋ ਅਮਰਦੀਪ ਦੀ ਭੈਣ ਦੇ ਪੈਰ ਵਿੱਚ ਜਾ ਲੱਗੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਕ ਹਮਲਾਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੰਡੇ ਆਏ ਸੀ, ਤਿੰਨ ਮੁੰਡੇ ਆਏ ਸੀ ਤੇ ਉਹ ਮਤਲਬ ਮੇਰੇ ਭਰਾ ਨੂੰ ਘਰੋਂ ਖਿੱਚ ਕੇ ਖੜਦੇ ਪਏ ਸੀ ਤੇ ਉਧਰੋਂ ਮੈਂ ਆ ਗਈ। ਉਹ ਆਂਦੇ ਪਹਿਲਾਂ ਨੂੰ ਕਹਿੰਦੇ ਪਏ ਆ ਮੇਰੇ ਬ੍ਰਦਰ ਨੂੰ ਵੀ ਤੇਰੀ ਭੈਣ ਸੀ ਸਟਾਫ ਬੈਠੀ ਹੋਈ ਆ, ਤੇ ਮੇਰਾ ਬ੍ਰਦਰ ਕਹਿੰਦਾ ਵੀ ਪਹਿਲਾਂ ਮੇਰੀ ਭੈਣ ਨਾਲ ਗੱਲ ਕਰਾਓ। ਉਸ ਤੋਂ ਕਿੱਦਾਂ ਹੀ ਲੜਦੇ ਘੁਲਦੇ ਉਧਰੋਂ ਮੈਂ ਆ ਗਈ ਆ, ਮੈਨੂੰ ਵੇਖ ਕੇ ਨੱਠਣ ਲੱਗੇ ਆ ਤੇ ਉਦੋਂ ਮੈਂ ਉਹਨਾਂ ਨੂੰ ਇੱਕ ਜਾਣੇ ਨੂੰ ਫੜ ਲਿਆ ਸੀ। ਉਹਨਾਂ ਨੇ ਉਧਰ ਮੁੜ ਕੇ ਹਵਾਈ ਫਾਇਰ ਚਾਲੂ ਕਰਤੇ। ਉਹ ਕਿਹੜੇ ਮੁੰਡੇ ਸੀ? ਮੁੰਡੇ ਮੇਰੀ ਜਾਣ ਪਛਾਣ ਚ ਨਹੀਂ ਸੀ ਹੈਗੀ, ਨਾ ਮੇਰਾ ਕੋਈ ਵਿਰੋਧ ਨਾ ਕੋਈ ਮਤਲਬ ਸਾਡਾ ਵੈਰ ਕੁਝ ਨਹੀਂ ਸੀ। ਇੱਕ ਕੁਲਵੰਤ ਸਿੰਘ ਵਾਸੀ ਮੁਸਤਾਬਾਦ ਨੇੜੇ ਰੇਲਵੇ ਲਾਈਨਾਂ ਦੇ ਹੈਗੇ ਨੇ, ਇਹਨਾਂ ਨੇ ਸਾਨੂੰ ਬਿਆਨ ਲਿਖਾਇਆ ਕਿ ਮਿਤੀ 27/5/2020 ਨੂੰ ਸ਼ਾਮ 6:30 ਵਜੇ ਦੇ ਕਰੀਬ ਉਹ ਘਰ ਦੇ ਵਿੱਚ ਮੌਜੂਦ ਸੀ ਕਿ 3 ਜਿਹੜੇ ਮੋਟਰਸਾਈਕਲ ਤੇ ਆਏ, ਜਿਨ੍ਹਾਂ ਨੇ ਆ ਕੇ ਉਹਨਾਂ ਨੂੰ, ਉਹ ਤੇ ਉਹਦੇ ਨਾਲ ਲੜਕਾ ਸੀ ਅਮਨਦੀਪ ਸਿੰਘ ਰਾਣਾ, ਉਹ ਆਪਣੇ ਘਰ ਦੇ ਬਾਹਰ ਖੜੇ। ਉਹਨਾਂ ਕਿਹਾ ਵੀ ਤੁਹਾਡੀ ਲੜਕੀ ਨੂੰ ਕਿਸੇ ਨਸ਼ੇ ਦੇ ਕੇਸ ਵਿੱਚ CIA ਸਟਾਫ ਫੜਿਆ ਹੋਇਆ ਤੇ ਉੱਥੇ ਜਾ ਉਹਨੇ ਤੁਹਾਡਾ ਨਾਂ ਲਿਆ ਲੜਕੇ ਰਾਣੇ ਦਾ, ਤੇ ਉਹਨੂੰ ਨਾਲ ਲੈ ਕੇ ਜਾਣ ਲੱਗੇ ਸੀ। ਉਹਨੇ ਇਸ ਚੀਜ਼ ਦੀ ਵਿਰੋਧਤਾ ਕੀਤੀ। ਉੱਥੇ ਮਹੱਲੇ ਵਾਲੇ ਹੋਰ ਵੀ ਇਕੱਠੇ ਹੋ ਗਏ। ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜੀ ਉਹ ਲੜਕੀ ਆ ਅਮਨਦੀਪ ਬਲਵਿੰਦਰ ਕੌਰ, ਉਹ ਵੀ ਉੱਥੇ ਮੌਕੇ ਤੇ ਆ ਗਈ। ਜਦੋਂ ਉਹ ਸਾਹਮਣੇ ਆਈ ਤਾਂ ਉਹਨਾਂ ਨੂੰ ਹੋਰ ਯਕੀਨ ਹੋ ਗਿਆ ਵੀ ਬੰਦੇ ਠੀਕ ਨਹੀਂ ਲੱਗਦੇ, ਗਲਤ ਨਹੀਂ, ਫੇਕ ਨਹੀਂ। ਉਸ ਵੇਲੇ ਉਹਨਾਂ ਦੇ ਜਾਣ ਤੋਂ ਰੋਕਿਆ ਜਦੋਂ, ਤੇ ਇਹਨਾਂ ਨੇ ਉੱਥੇ ਹਵਾਈ ਫਾਇਰ ਕਰਨੇ ਸ਼ੁਰੂ ਕਰਤੇ। ਹਵਾਈ ਫਾਇਰ ਕਰਨ ਤੋਂ ਬਾਅਦ ਦੁਬਾਰਾ ਫਿਰ ਉਹ ਲੜਕੇ ਨੂੰ, ਬਾਕੀ ਸਾਰੇ ਪਿੱਛੇ ਹੋ ਗਏ, ਲੜਕੇ ਨੂੰ ਫਿਰ ਦੁਬਾਰਾ ਖੜ ਲੱਗੇ। ਉਹ ਲੜਕੀ ਅੱਗੇ ਹੋ ਕੇ ਫਿਰ ਛਡਾਉਣ ਲੱਗੀ ਤੇ ਇਹਨਾਂ ਨੇ ਲੜਕੀ ਦੀ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ। ਜਿਹਨਾਂ ਉਹ ਇੱਥੇ ਦਾਖਲ ਹੈ ਗੁਰਦਾਸਪੁਰ ਦੇ ਹਸਪਤਾਲ। FIR 307 ਦੇ ਤਹਿਤ ਦਰਜ ਕੀਤੀ ਗਈ ਹੈ ਤੇ ਅਸੀਂ ਕੁਝ ਘੰਟਿਆਂ ਬਾਅਦ ਇਹ ਸਾਰਾ ਮੋਟਰਸਾਈਕਲ ਤੋਂ ਇਹ ਬੰਦਿਆਂ ਬਾਰੇ ਪਤਾ ਲਗਾ ਰਿਹਾ। ਇੱਕ ਬੰਦਾ ਇਹ ਰਾਉਂਡ ਅਪ ਵੀ ਕਰ ਲਿਆ। ਨਸ਼ੇ ਦੇ ਆਦੀ ਨੇ ਬੰਦੇ?
ਹਾਂ, ਉਹ ਜਿਹੜੀ ਬੇਸਿਕ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇਹੋ ਗੱਲ ਸਾਹਮਣੇ ਆਈ ਆ ਕਿ ਉਹ ਜਿਹੜੇ ਬੰਦੇ ਨੇ ਨਸ਼ੇ ਕਰਦੇ ਆ। ਜਲੰਧਰ ਦੇ ਮਾਡਲ ਟਾਊਨ ਦੇ ਡਾਕਖਾਨੇ ਦੇ ਨੇੜੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਖੜੀ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਇਸ ਮੌਕੇ ਇੱਕ ਵਿਅਕਤੀ ਕੋਲੋਂ ਲੰਘ ਰਿਹਾ ਸੀ ਜਿਸ ਨੇ ਗੱਡੀ ਵਿੱਚੋਂ ਧੂੰਆਂ ਨਿਕਲਦੇ ਦਿਖਾਈ ਦਿੱਤਾ ਤੇ ਉਸ ਦੇ ਮਾਲਕ ਨੂੰ ਤੁਰੰਤ ਉਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਗੱਡੀ ਦੇ ਮਾਲਕ ਨੇ ਕਿਹਾ ਕਿ ਉਹ ਆਪਣੇ ਦਫ਼ਤਰ ਵਿੱਚ ਬੈਠਾ ਸੀ ਤੇ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਭਾਈ ਖਾਂਬਰਾ ਪਿੰਡ ਹੈ ਮੇਰਾ, ਮੈਂ ਇੱਥੇ ਡਰਾਈਵ ਗੱਡੀ ਚਲਾਉਂਦਾ ਇਹਨਾਂ ਦੀ ਟੈਂਕਸਟਾਈਲ ਵਾਲਿਆਂ ਦੀ। ਅਸੀਂ ਹੁਣੇ ਤਕਰੀਬਨ 15-20 ਮਿੰਟ ਪਹਿਲਾਂ ਅਸੀਂ ਗੱਡੀ ਤੋਂ ਆਏ ਹਾਂ ਕਿਤੇੋਂ। ਅਸੀਂ ਆਪਣੀ ਇੱਥੇ ਗੱਡੀ ਫੋਰਚੂਨਰ ਖੜੀ ਕੀਤੀ ਆ ਤਾਂ ਅਸੀਂ ਇੱਥੋਂ ਦੇਖਿਆ ਇੱਥੋਂ ਅੱਗ ਨਿਕਲਦੀ ਪਈ ਆ। ਅਸੀਂ ਸੋਚਿਆ ਸ਼ਾਇਦ ਨਾਲ ਪਲਾਟ ਹੈ ਉਹਦੇ ਵਿੱਚੋਂ ਅੱਗ ਨਿਕਲਦੀ ਹੋਵੇ, ਪਰ ਨਹੀਂ। ਜਦੋਂ ਅਸੀਂ ਥੋੜ੍ਹੀ ਨਿਗਾਹ ਮਾਰੀ, ਮੇਰੇ ਨਾਲ ਗੁੱਡੀ ਵੀ ਸੀ ਨਾਲ, ਤਾਂ ਜੋ ਅਸੀਂ ਦੇਖਿਆ ਗੱਡੀ 'ਚ ਧੂੰਆਂ ਨਿਕਲਣ ਡਿਆ ਤਾਂ ਇੱਥੇ ਸਰ ਕੋਈ ਨਹੀਂ, ਆਲੇ ਦੁਆਲੇ ਕੋਈ ਨਹੀਂ ਆਇਆ, ਸਾਰੇ ਵੀਡੀਓ ਬਣਾਉਣ 'ਤੇ ਲੱਗੇ ਆ। ਚਲੋ ਆਪਾਂ ਇਨਸਾਨੀ ਤੌਰ 'ਤੇ ਆਪਾਂ ਥਾਣੇ ਵਿੱਚ ਗਏ ਆ, ਥਾਣੇ ਜਾ ਕੇ ਉਹਨਾਂ ਨੂੰ ਇਤਲਾਹ ਦਿੱਤੀ ਆ ਵੀ ਗੱਡੀ 'ਚ ਇੱਦਾਂ ਅੱਗ ਲੱਗ ਗਈ ਆ। ਚਲੋ ਉਹ ਮੇਰੇ ਤੋਂ 2-3 ਮਿੰਟਾਂ ਦੇ ਵਿੱਚ ਆ ਗਏ ਆ ਤਾਂ ਉਹਨਾਂ ਨੇ ਆ ਕੇ ਮੁੜ ਕੇ ਸਾਰਿਆਂ ਨੇ ਇੱਥੇ ਰਲ ਕੇ ਜਿੱਦਾਂ ਕਵਰ ਕੀਤਾ, ਜਿੰਨਾ ਪਾਣੀ ਪੂਣੀ ਗੱਡੀ ਦੇ ਵਿੱਚ ਪਾਇਆ। ਫਾਇਰ ਬ੍ਰਿਗੇਡ ਨੂੰ ਤੁਸੀਂ ਕਾਲ ਕੀਤੀ? ਨਹੀਂ ਸਰ, ਫਾਇਰ ਬ੍ਰਿਗੇਡ ਨੂੰ ਆਪਾਂ ਨਹੀਂ ਕਾਲ ਕੀਤੀ, ਹੋ ਸਕਦਾ ਸ਼ਾਇਦ ਟਾਈਮ ਸਿਰ ਆ ਗਈ ਸੀ ਫਾਇਰ ਬ੍ਰਿਗੇਡ? ਸਰ ਫਾਇਰ ਬ੍ਰਿਗੇਡ ਨੂੰ ਵੀ 5 ਮਿੰਟ ਹੀ ਹੋਏ ਤਕਰੀਬਨ ਹਾਲੇ ਆਇਆ ਨੂੰ, ਯਾਨੀ ਫਾਇਰ ਬ੍ਰਿਗੇਡ ਲੇਟ ਹੀ ਆਈ ਆ। ਅੱਗ ਬੁਝਣ ਤੋਂ ਬਾਅਦ ਫਾਇਰ ਬ੍ਰਿਗੇਡ ਆਈ ਹੈ? ਹਾਂਜੀ, ਅੱਗ ਬੁਝਣ ਤੋਂ ਬਾਅਦ ਆਈ। ਇੰਸੀਡੈਂਟ ਇਦਾਂ ਹੈ ਜੀ, ਮੈਂ ਹੁਣੇ ਬਸ 5-7 ਮਿੰਟ ਪਹਿਲਾਂ ਹੀ ਗੱਡੀ ਨੂੰ ਪਾਰਕ ਕਰਕੇ ਆਪਣੇ ਆਫਿਸ ਗਿਆ ਵਾਂ ਤੇ ਉਦੋਂ ਨੂੰ ਜਦੋਂ ਤੱਕ ਮੈਂ ਵਾਪਸ ਆਇਆ ਤੇ ਮੁੰਡੇ ਨੇ ਮੈਨੂੰ ਆਵਾਜ਼ ਮਾਰੀ ਕਿ ਸਕਾਰਪੀਓ ਗੱਡੀ ਤੁਹਾਡੀ ਆ ਲੱਗੀ ਉੱਥੇ ਤੇ ਫਾਇਰ ਕੈਚ ਕਰ ਲਈ ਹੈ। ਤੇ ਫਿਰ ਅਸੀਂ ਆਏ ਆ ਮੌਕੇ ਦੇ ਉੱਤੇ, ਫਟਾਫਟ ਜਿੰਨਾ ਹੋ ਸਕਿਆ ਅਸੀਂ ਆਂਢ ਗੁਆਂਢ ਤੋਂ ਹੈਲਪ ਲੈ ਕੇ ਤੇ ਪਾਣੀ ਦਾ ਛਿੜਕਾਅ ਕੀਤਾ ਆ ਤੇ ਫਾਇਰ ਬ੍ਰਿਗੇਡ ਵੀ ਜਲਦੀ ਆ ਗਈ 5-7 ਮਿੰਟ ਦੇ ਅੰਦਰ ਹੀ। ਤੇ ਹੁਣ ਮੌਕੇ ਤੇ ਕਾਬੂ ਕੀਤਾ ਅੱਗ ਦੇ ਉੱਤੇ ਤੇ ਦੇਖਦੇ ਹਾਂ, ਗੱਡੀ ਦੀ ਇੰਸ਼ੋਰੈਂਸ ਹੈ, ਸਭ ਕੁਝ ਹੈ, ਪੇਪਰ ਵਰਕ ਹੈ, ਹੋ ਜਾਏਗਾ। ਇਹ ਕਿੰਨਾ ਕੁ ਲੋਸ ਹੋ ਗਿਆ ਗੱਡੀ ਦਾ? ਲੋਸ ਭਾਜੀ ਹਜੇ ਕੋਈ ਆਈਡੀਆ ਨਹੀਂ, ਹਜੇ ਤਾਂ ਇੰਸੀਡੈਂਟ ਨੂੰ 5-10 ਮਿੰਟ ਹੋਏ ਆ ਤੇ ਸਾਰਾ ਅਸੀਂ ਆਏ ਆ ਤੇ ਦੇਖਦੇ ਹਾਂ ਹੁਣ। ਸਾਨੂੰ ਫਾਇਰ ਕਾਲ ਆਈ, ਮਾਡਲ ਟਾਊਨ ਇੱਕ ਸਕਾਰਪੀਓ ਗੱਡੀ ਨੂੰ ਮਾਰਕੀਟ ਦੇ ਵਿੱਚ ਅੱਗ ਲੱਗੀ ਹੈ। ਮੌਕੇ 'ਤੇ ਗੱਡੀ ਲੈ ਕੇ ਆਏ, ਦੇਖਿਆ ਵੀ ਉਹਦੇ ਗੱਡੀ ਦੇ ਇੰਜਨ ਵਿੱਚ ਅੱਗ ਲੱਗੀ ਸੀ। ਚਲੋ ਸਾਡੇ ਆਉਣ ਤੋਂ ਪਹਿਲਾਂ ਲੋਕਾਂ ਨੇ ਬਹੁਤ ਮਿਹਨਤ ਕੀਤੀ, ਇੱਦਾਂ ਹੀ ਸਾਰੇ ਲੋਕੀ ਮਿਹਨਤ ਕਰਨਗੇ। ਗੱਡੀ ਦਾ ਚਲੋ ਜਿਹੜਾ ਨੁਕਸਾਨ ਹੋਇਆ, ਬਾਕੀ ਗੱਡੀ ਸਾਰੀ ਬਚ ਗਈ ਹੈ ਤੇ ਅੱਗ ਦਾ ਇੰਜਨ ਦੇ ਵਿੱਚ ਸੀਗੀ, ਅੱਗ ਬੁਝਾ ਦਿੱਤੀ। ਲਾਗੇ ਹੋਰ ਵੀ ਗੱਡੀਆਂ ਖੜੀਆਂ? ਇਕੱਲੀ ਗੱਡੀ? ਹਾਂ, ਗੱਡੀਆਂ ਲਾਗੇ ਕਾਫੀ ਖੜੀਆਂ। ਜੇ ਲੋਕੀ ਨਾ ਹਿੰਮਤ ਕਰਦੇ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਸਾਡੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਚਾਹੀਦਾ ਮਾੜੀ ਮੋਟੀ ਹਿੰਮਤ ਕਰਨ ਤਾਂ ਅੱਗ 'ਤੇ ਕਾਬੂ ਪੈ ਸਕਦਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਬਿੱਲ ਲਗਾਉਣ ਦੀ ਤਿਆਰੀ ਕਰਨ ਦੇ ਕਾਰਨ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਮੱਦੇਨਜ਼ਰ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੰਮ੍ਰਿਤਸਰ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਜਾਂਦੀ ਮੁੱਖ ਸੜਕ ਨੂੰ ਜਾਮ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੇ ਉਪਰੰਤ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਮੈਂ ਪਲਵਿੰਦਰ ਸਿੰਘ ਮਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗੱਗੋਮਲ ਦਾ ਪ੍ਰਧਾਨ। ਜਿਹੜੇ ਅੱਜ ਭਾਰਤ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਰਲ ਕੇ ਟਿਊਬਲਾਂ ਦੇ ਬਿੱਲ ਲਾ ਰਹੀ ਆ, ਉਹਦਾ ਸਾਡੀ ਜਥੇਬੰਦੀ ਸਾਰੇ ਪੰਜਾਬ 'ਚ ਵਿਰੋਧ ਕਰ ਰਹੀ ਆ। ਕਰੋਨਾ ਦੀ ਆੜ ਦੇ ਵਿੱਚ ਇਸ ਬਿੱਲ ਨੂੰ ਚੁੱਪ ਚਪੀਤੇ ਪਾਸ ਕੀਤਾ ਜਾ ਰਿਹਾ ਵਾ। ਜਿਹੜੀਆਂ ਹੀ ਕਰੋਨਾ ਦੀਆਂ ਨੈਗੇਟਿਵ ਰਿਪੋਰਟਾਂ ਆਈਆਂ ਵਾ, ਉਹਨਾਂ ਨੂੰ ਵੀ ਘਰਾਂ 'ਚ ਭੇਜਿਆ ਜਾ ਰਿਹਾ ਹੈ। ਤੇ ਜੇ ਕਰੋਨਾ ਹੈਗਾ ਹੀ ਨਹੀਂ ਸੀ ਤੇ ਇਹਨਾਂ ਹਊਆ ਕੇ ਬਣਾਇਆ, ਤੇ ਜੇ ਹੈਗਾ ਤੇ ਉਹਨਾਂ ਨੂੰ ਮਰੀਜ਼ਾਂ ਨੂੰ ਘਰਾਂ 'ਚ ਕਿਉਂ ਭੇਜਿਆ ਜਾਣ ਡਿਆ? ਇਹ ਸਰਕਾਰ ਨੇ ਭੰਬਲ ਘੁੱਸਾ ਪਾਇਆ ਵਾ ਇਸ ਲੋਕਾਂ ਦੀ ਆਵਾਜ਼ ਨੂੰ ਦੱਬਣ ਲਈ। ਇਹ ਸਭ ਸਰਕਾਰਾਂ ਦੀਆਂ ਮਿਲੀਆਂ ਭੁਗਤਾਂ। ਕਰੋਨਾ ਜੇ ਇੰਨੀ ਹੀ ਭਿਆਨਕ ਬਿਮਾਰੀ ਸੀ ਤੇ ਹੁਣ ਉਹ ਮਰੀਜ਼ਾਂ ਨੂੰ ਪਿੰਡਾਂ 'ਚ ਕਿਉਂ ਭੇਜਿਆ ਜਾਣ ਡਿਆ? ਤੇ ਜੇ ਇਹ 200 ਵਾਇਰਸ ਅੱਗੇ ਸੀ ਤੇ 201 ਵਾਇਰਸ ਹੋ ਗਿਆ ਸੀ, ਜੇ ਇੱਕ ਨੋਰਮਲ ਵਾਇਰਸ ਸੀ ਤੇ ਫਿਰ ਇੰਨਾ ਭੰਬਲ ਘੁੱਸਾ ਕਿਉਂ ਸਾਰੇ ਹਿੰਦੁਸਤਾਨ 'ਚ ਪਾਇਆ? ਇਹਦੀ ਕੋਈ ਸਮਝ ਨਹੀਂ ਲੱਗ ਰਹੀ। ਇਹ ਸਰਕਾਰਾਂ ਦੀ ਸਾਰੀ ਚਾਲ ਆ। ਜੋ ਪੰਜਾਬ ਤੇ ਕੇਂਦਰ ਸਰਕਾਰ ਸਾਨੂੰ ਮੋਟਰਾਂ ਤੇ ਬਿੱਲ ਲਾਉਣ ਜਾ ਰਹੀ ਹੈ, ਕਰੋਨਾ ਦੀ ਆੜ ਦੇ ਵਿੱਚ ਚੁੱਪ ਚਪੀਤੇ ਬਿੱਲ ਇੱਕ ਪਾਸ ਕਰਨ ਜਾ ਰਹੀ ਹੈ। ਜੋ ਜਿਹੜੀ ਬੱਤੀ ਆ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਕੀਤੀ ਜਾਏਗੀ ਤੇ ਜਿਹੜੇ ਕਿਸਾਨ ਆ ਇਹ ਤਾਂ ਅੱਗੇ ਹੀ ਬੜੇ ਦੱਬੇ ਦੇ ਕੁਚਲੇ ਹੋਏ ਆ ਤੇ ਇਹਨਾਂ ਨੂੰ ਅੱਗੇ ਮੁਨਾਸਬ ਜਿਨਸਾਂ ਦੇ ਭਾਅ ਨਹੀਂ ਮਿਲ ਰਹੇ। ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਮੋਦੀ ਤੇ ਕੈਪਟਨ ਦਾ ਪੁਤਲਾ ਸਾੜ ਰਹੇ ਹਾਂ ਤੇ ਜਿਹੜੇ ਈਸਾਈ ਏਸੀ ਜਾਤੀ ਨਾਲ ਸੰਬੰਧ ਰੱਖਦੇ ਉਹਨਾਂ ਨੂੰ 400 ਚੋਂ 200 ਯੂਨਿਟ ਬੱਤੀ ਫ੍ਰੀ ਮਿਲਦੀ ਸੀ, ਉਹ ਵੀ ਸਾਰੀਆਂ ਮਾਫੀਆਂ ਜਿਹੜੀਆਂ ਕੱਟੀਆਂ ਤੇ ਬੰਦ ਹੋ ਜਾਣਗੀਆਂ ਤੇ ਨਿੱਜੀ ਕੰਪਨੀਆਂ ਆ ਕੇ ਸਾਡੇ ਤੇ ਰਾਜ ਕਰਨਗੀਆਂ ਤੇ ਜਿਹੜੇ ਜੋ ਮਰਜ਼ੀ ਰੇਟ ਤੇ ਸਾਨੂੰ ਬੱਤੀ ਜਿਹੜੀ ਮਹਿੰਗੇ ਰੇਟਾਂ ਦਿੱਤੀ ਜਾਏਗੀ, ਕਿਉਂਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਮਹਿੰਗਾਈ ਨੇ ਅੱਗੇ ਲੱਕ ਤੋੜਿਆ ਹੈਗਾ ਆ ਤੇ ਸਾਨੂੰ ਤੇ ਚੁੱਲ੍ਹੇ ਆਪਣੇ ਜਿਹੜੇ ਆ ਉਹ ਵੀ ਬਾਲਣੇ ਬੜੇ ਔਖੇ ਹੋਏ ਨੇ।
ਤੇ ਬੱਤੀ ਦੀ ਸਾਨੂੰ ਜੋ ਮਾਰ ਪੈਣ ਜਾ ਰਹੀ ਆ ਇਹ ਬਹੁਤ ਮਾੜੀ ਆ। ਮਤਲਬ ਇਹ ਜਿਹੜਾ ਮੁੱਦਾ ਵਾ ਇਹ ਅੱਜ ਕਰੋਨਾ ਦੇ ਨਾਂ ਠਾਂ ਸਰਕਾਰਾਂ ਨੇ ਸਾਡੇ ਉੱਤੇ ਇੱਕ ਭਾਰ ਪਾਉਣ ਜਾ ਰਹੀਆਂ ਨੇ ਕਿ ਕਿਸਾਨੀ ਪਹਿਲਾਂ ਹੀ ਲੱਕ ਤੋੜਿਆ ਟੁੱਟਾ ਹੋਇਆ ਕਿਉਂਕਿ ਖੁਦਕਸ਼ੀਆਂ ਦੇ ਰਾਹ ਪਈ ਹੋਈ ਹੈ। ਇੰਨਾ ਕਰਜ਼ੇ ਥੱਲੇ ਦੱਬੇ ਹੋਏ ਆ ਲੋਕ, ਪਰ ਕਿਸਾਨਾਂ ਦੇ ਉੱਤੇ ਮਤਲਬ ਪੰਜਾਬ ਤੇ ਸੈਂਟਰ ਦੀ ਸਰਕਾਰ ਰਲ ਕੇ ਕਰੋਨਾ ਦੇ ਨਾਂ ਹੇਠ ਨਵੇਂ ਬਿੱਲ ਲੈ ਕੇ ਆਈ ਆ ਵੀ ਕਿਸਾਨਾਂ ਨੂੰ ਬੰਬੀਆਂ ਦੇ ਬਿੱਲ ਲਾਉਣੇ ਨੇ। ਮਜ਼ਦੂਰਾਂ ਨੂੰ ਜਿਹੜੇ 200 ਯੂਨਿਟ ਮਾਫ ਸੀਗਾ ਉਹ ਵੀ ਉਹਨਾਂ ਨੂੰ ਬਿੱਲ ਲਾਉਣਗੇ ਤੇ ਉਹ ਮਤਲਬ ਇਹ ਕਹਿਣਗੇ ਕਿ ਤੁਹਾਨੂੰ ਅਸੀਂ ਸਬਸਿਡੀ ਦੇ ਰੂਪ ਵਿੱਚ ਤੁਹਾਡੇ ਖਾਤਿਆਂ 'ਚ ਪਾਵਾਂਗੇ, ਜਦੋਂ ਕਿ ਸਾਡੇ ਬੰਬੀਆਂ ਜਿਹੜੀਆਂ ਨੇ ਵੱਡੇ ਵਡੇਰਿਆਂ ਦੇ ਨਾਂ ਤੇ ਉਹ ਖਾਤਿਆਂ 'ਚ ਪੈ ਹੀ ਨਹੀਂ ਸਕਦੇ ਕਿਸੇ ਤਰੀਕੇ ਨਾਲ ਵੀ। ਅਸੀਂ ਅੱਗੇ ਵੀ 20 ਸਾਲ ਤੋਂ ਮਤਲਬ ਲੜ ਕੇ ਹੀ ਇਹ ਬਿੱਲ ਮਾਫ ਕਰਵਾਏ ਵੀ ਤੇ ਹੁਣ ਵੀ ਅਸੀਂ ਇਹਦੇ ਉੱਤੇ ਲੜਾਂਗੇ। ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈਲਾਂ ਲਈ ਦਿੱਤੀ ਜਾ ਰਹੀ ਮੁਫਤ ਬਿਜਲੀ ਬੰਦ ਕਰਨ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਵਿੱਚ ਪਾਵਰਕਾਮ ਦੇ SDO ਦਫ਼ਤਰ ਦੇ ਬਾਹਰ ਪੰਜਾਬ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਐਕਸ਼ਨ ਤੇ SDO ਦੇ ਬਾਰੇ ਅਰਥੀਆਂ ਛਾੜੀਆਂ। ਅਸੀਂ ਮਾਨਸਾ ਦੇ ਵਿੱਚ ਮਾਨਸਾ ਐਕਸ਼ਨ ਦਫ਼ਤਰ ਖੜੇ ਹਾਂ। ਉੱਥੇ ਪੰਜਾਬ ਤੇ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਅਰਥੀ ਛਾੜੀ ਹੈ ਕਿਉਂਕਿ ਮੋਟਰਾਂ ਦੇ ਜਿਹੜੇ ਬਿੱਲ ਹੈ ਉਹ ਸਰਕਾਰ ਨੇ ਲਾਗੂ ਕਰ ਦਿੱਤੇ ਆ। ਕਿਸਾਨਾਂ ਨੂੰ ਇੱਕੋ ਇੱਕ ਸਹੂਲਤ ਸੀਗੀ ਲਾਗੂ ਕਰਕੇ ਕੈਪਟਨ ਸਾਹਿਬ ਅਤੇ ਸਰਕਾਰ ਹੁਣ ਪੋਚੇ ਮਾਰਦੀ ਹੈ ਵੀ ਕਿਸਾਨਾਂ ਨੂੰ ਸਬਸਿਡੀ ਰਾਹੀਂ ਪੈਸੇ ਦਿੱਤੇ ਜਾਣਗੇ, ਵੀ ਮਤਲਬ ਇੱਕ ਪਾਸੇ ਭਰਾਏ ਜਾਣਗੇ, ਦੁਬਾਰੇ ਕਿਸਾਨ ਨੂੰ ਸਬਸਿਡੀ ਰਾਹੀਂ ਆ ਜਾਣਗੇ। ਉਹ ਬਿਲਕੁਲ ਪਹਿਲਾਂ ਦੂਜੀ ਸਰਕਾਰ ਨੇ ਵੀ ਇਹੀ ਕੀਤਾ ਸੀਗਾ, ਉਦੋਂ ਵੀ ਲੋਕਾਂ ਨੇ ਵਿਰੋਧ ਕੀਤਾ। ਆਪਣੀ ਜਥੇਬੰਦੀ ਨੇ ਡਟ ਕੇ ਲੋਕਾਂ ਨੂੰ ਕਿਹਾ ਵੀ ਇਹੀ ਸਬਸਿਡੀ ਆ ਕਿਸਾਨਾਂ ਨੂੰ ਦਿੱਤੀ ਨਹੀਂ ਭਰਾਂਗੇ, ਉਹਨੂੰ ਵੀ ਥੁੱਕ ਕੇ ਚੱਟਣਾ ਪਿਆ। ਹੁਣ ਵੀ ਅਸੀਂ ਫੈਸਲਾ ਕੀਤਾਗਾ ਵੀ ਜਿਹੜਾ ਸਬਸਿਡੀ ਰਾਹੀਂ ਪੈਸਾ ਸਾਨੂੰ ਨਹੀਂ ਕਿਸਾਨਾਂ ਨੂੰ ਮੁੜ ਕੇ ਵਾਪਸ ਆਉਂਦਾ, ਨਾ ਹੀ ਕਿਸਾਨਾਂ ਕੋਲੇ ਪਹਿਲਾਂ ਆਇਆ। ਜਿੰਨੀਆਂ ਵੀ ਸਬਸਿਡੀਆਂ ਕਿਸਾਨਾਂ ਨੂੰ ਆਉਂਦੀਆਂ ਨੇ ਕੋਈ ਪੱਲੇ ਕਿਸਾਨ ਦੇ ਪੈਂਦਾ ਨਹੀਂ। ਇਸ ਕਰਕੇ ਫੈਸਲਾ ਲੈਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ, ਪੰਜਾਬ ਦੇ ਆਗੂਆਂ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਅਰਥੀਆਂ ਛਾੜ ਕੇ ਫੈਸਲਾ ਕੀਤਾ ਵੀ ਕਿਸੇ ਵੀ ਕੌਲ ਜਿਹੜਾ ਮੋਟਰਾਂ ਵਾਲੇ ਬਿੱਲ ਹੈ ਉਹ ਨਾ ਭਰਾਂਗੇ, ਨਾ ਕਿਸਾਨਾਂ ਨੂੰ ਭਰਨ ਦੇਈਏ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਕਿ ਖੇਤੀ ਮੋਟਰਾਂ ਨੂੰ ਜਿਹੜੀ ਬਿਜਲੀ ਸਬਸਿਡੀ ਤੇ ਦਿੱਤੀ ਜਾਂਦੀ ਸੀ ਉਹਦੇ ਬਿੱਲ ਲੱਗਣ ਜਾ ਰਹੇ ਨੇ। ਸਰਕਾਰ ਨੇ ਅੰਦਰ ਖਾਤੇ ਫੈਸਲਾ ਲੈ ਲਿਆ, ਪਰ ਅੱਜ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਬੋਰਡਾਂ ਦੇ ਅੱਗੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨਾਲ ਜਿਹੜੀ ਇਹ ਬੇਇਨਸਾਫੀ ਹੋ ਰਹੀ ਹੈ ਹੋਣ ਨਹੀਂ ਦਿੱਤੀ ਜਾਊਗੀ, ਕਿਉਂਕਿ ਕਿਸਾਨਾਂ ਨੂੰ ਇੱਕੋ ਹੀ ਸਬਸਿਡੀ ਹੈ ਜਿਹੜੀ ਬਿਜਲੀ ਮੋਟਰਾਂ ਨੂੰ ਖੇਤੀ ਮੋਟਰਾਂ ਨੂੰ ਦਿੱਤੀ ਜਾ ਰਹੀ ਹੈ, ਉਹ ਵੀ ਕਿਸਾਨਾਂ ਤੋਂ ਖੋਹ ਕੇ ਕਿਸਾਨਾਂ ਨੂੰ ਨਿਹੱਥੇ ਕੀਤਾ ਜਾ ਰਿਹਾ ਹੈ। ਕਿਸਾਨੀ ਅੱਗੀ ਖੁਦਕਸ਼ੀਆਂ ਦੇ ਰਾਹ ਪਈ ਹੈ। ਇਹ ਫੈਸਲੇ ਨਾਲ ਕਿਸਾਨੀ ਨੇ ਹੋਰ ਖੁਦਕਸ਼ੀਆਂ ਦੇ ਰਾਹ ਪੈਣਾ। ਸੋ ਅੱਜ ਅਸੀਂ ਅਰਥੀ ਫੂਕ ਮੁਜ਼ਾਹਰਾ ਜਿਹੜਾ ਕਰ ਰਹੇ ਹਾਂ, ਇਹ ਤੋਂ ਬਾਅਦ ਸੂਬਾ ਕਮੇਟੀ ਦੇ ਸੱਦੇ ਤੇ ਜਿਹੜੇ ਅਗਲੀ ਐਜੀਟੇਸ਼ਨ ਹੋਊਗੀ ਉਹ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਲੜਿਆ ਜਾਊਗਾ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਦਰ ਮਥਰਾ ਭਾਗੀ ਦੇ ਦੋ ਪਰਿਵਾਰਾਂ ਦੇ ਵਿਚਕਾਰ ਨਿਕਾਸੀ ਪਾਣੀ ਨੂੰ ਲੈ ਕੇ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਧੇ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਜਗਦੀਸ਼ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਨਿਕਾਸੀ ਪਾਣੀ ਦੀ ਪਾਈਪ ਨੂੰ ਪਾਉਣ ਨੂੰ ਲੈ ਕੇ ਸਾਡਾ ਝਗੜਾ ਹੋਇਆ ਸੀ, ਜਿਸ ਨੂੰ ਸਾਡੀ ਪਿੰਡ ਦੀ ਪੰਚਾਇਤ ਵੱਲੋਂ ਸਾਡਾ ਸਮਝੌਤਾ ਕਰਵਾ ਦਿੱਤਾ ਗਿਆ ਸੀ ਅਤੇ 2-3 ਦਿਨ ਪਹਿਲਾਂ ਅਸੀਂ ਆਪਣੇ ਨਿਕਾਸੀ ਪਾਣੀ ਦੀ ਪਾਈਪ ਲਾਈਨ ਨੂੰ ਦੱਬ ਦਿੱਤਾ ਸੀ, ਪਰ ਵਿਰੋਧੀ ਧਿਰ ਦੇ 15-20 ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਪਾਈਪਲਾਈਨ ਪੁੱਟਣ ਲਈ ਆਏ। ਜਦ ਅਸੀਂ ਪਾਈਪਲਾਈਨ ਪੁੱਟਣ ਦੇ ਲਈ ਵਿਰੋਧ ਕੀਤਾ ਤਾਂ ਉਹਨਾਂ ਵੱਲੋਂ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਜੋਗਿੰਦਰ ਸਿੰਘ ਪੁੱਤਰ ਅਜੈਬ ਸਿੰਘ ਦੇ ਸਿਰ ਉੱਪਰ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 5 ਵਿਅਕਤੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ DSP ਰਾਜਵੀਰ ਸਿੰਘ ਨੇ ਦੱਸਿਆ ਕਿ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਮੇਰਾ ਜੇਠ ਲੱਗਦਾ ਸੀ, ਘਰ ਦੇ ਪਾਣੀ ਤੋਂ ਕਤਲ ਹੋਇਆ। ਇਹਨਾਂ ਨੇ ਪਾਣੀ ਦਾ ਪਹਿਲੋਂ ਨਿਆਂ ਦਿੱਤਾ ਪੰਚਾਇਤ ਦੇ ਵਿੱਚ। ਪੰਚਾਇਤ ਦੇ ਵਿੱਚ ਪ੍ਰਤਾਪ ਸਿੰਘ ਸਰਪੰਚ, ਬਾਪੂ ਦਿਆਲ ਸਿੰਘ ਲੰਬਰਦਾਰ, ਸਰਮਨ ਸਿੰਘ ਰਿਆਂ ਵਾਲਾ, ਨੀਤੂ ਸਿੰਘ ਜਹੇਦਾਰ, ਸੈਕਟਰੀ ਰਤਨ ਸਿੰਘ, ਪੱਪੂ ਸੂਬੇਦਾਰ, ਭੇਜਾ ਸਾਡਾ ਆਪਣਾ ਮੇਜਰ ਸਿੰਘ ਦਾ ਬੇਟਾ,
ਇਹਨਾਂ ਸਾਰਿਆਂ ਬੰਦਿਆਂ ਦੇ ਵਿੱਚ ਇਹਨਾਂ ਨੇ ਆ ਦਿੱਤਾ ਸੀ ਇੱਥੋਂ ਪਾਣੀ ਛੱਡ ਕੇ ਤੇ ਉੱਥੇ ਕੱਢ। ਠੀਕ ਹੈ, ਇਹ ਕਿਸ ਦਿਨ ਦੀ ਗੱਲ ਹੈ ਜਦੋਂ ਭੋਰੇ ਪਾਏ ਤੁਸੀਂ? ਪੂਰੇ ਪਰਸੋਂ ਪਾਏ ਆ, ਨਿਆਂ ਦਿੱਤਾ ਸੀ ਇਹਨਾਂ 15 ਕੁ ਦਿਨ ਦੇਖੋ। ਅੱਜ ਕੀ ਗੱਲ ਹੋਈ? ਅੱਜ ਕੋਈ ਗੱਲ ਨਹੀਂ ਹੋਈ, ਵੈਸੇ ਹੀ ਰਮਾਨ ਨਾਲ ਪਰਸੋਂ ਦੇ ਪੂਰੇ ਪਾਏ ਆ, ਪਰਸੋਂ ਦਾ ਪਾਣੀ ਨਿਕਲਣ ਡਿਆ ਹੈ। ਅੱਜ ਸਾਨੂੰ ਪਤਾ ਹੀ ਨਹੀਂ, ਇਹਨਾਂ ਤੇਜ਼ ਹਥਿਆਰਾਂ ਨਾਲ ਲਿਆਣ ਕੇ ਪੂਰਾ ਪੁੱਟਣ ਤੇ ਜ਼ੋਰ ਨਾਲ ਇਹਨਾਂ ਸਾਡੇ ਬੰਦਿਆਂ ਨੂੰ ਹੱਥੋਂ ਪਾਈ, 5 ਨੂੰ ਸੱਟਾਂ ਲਾਤੀਆਂ ਤੇ ਇੱਕ ਨੂੰ ਇਹਨਾਂ ਥਾਂ ਹੀ ਮਾਰ ਕੱਟਿਆ। ਮਾਰਨ ਵਾਲਾ ਸੀਤਲ ਸਿੰਘ, ਮਨਜੀਤ ਸਿੰਘ, ਗੁਰਭੇਜ ਸਿੰਘ, ਸਰਮਨ ਸਿੰਘ। ਗੱਲ ਭਾਜੀ ਹੋਈ ਵੀ ਖਾਲੀ ਸਰਕਾਰੀ ਤੇ ਉਹ ਨਾ ਵਾਇਆ ਸੀ ਤੇ ਗਟਰ ਦਾ ਪਾਣੀ ਪੈਂਦਾ ਸੀ ਤੇ ਸਰਪੰਚ ਸਾਹਿਬ ਤੇ ਵਾਹ ਆਪਣੇ ਪਿੰਡ ਦੀ ਪੰਚਾਇਤ ਬਹਿ ਕੇ ਤੇ ਉਹਨਾਂ ਆਖਿਆ ਵੀ ਸਾਡਾ ਪਏ ਦੇ ਨਾਲ ਅਗਲੇ ਦਿਨ ਜਿੱਧਰ ਅਸੀਂ ਪਾਣੀ ਕੱਢਦੇ ਗਟਰ ਦਾ ਉਧਰ ਕੱਢੋ ਤੇ ਅਸੀਂ ਪਾਈਪ ਪਾ ਕੱਤੇ ਤੇ ਉਹਨਾਂ ਨੇ ਆਂਦੇ ਪਾਈਪ ਕਿਉਂ ਪਾਏ ਆ। ਅੱਜ ਉਹਨਾਂ ਨੇ ਮੁੰਡੇ ਸੱਦ ਕੇ ਕੋਈ 25-40 ਜਾਣੇ ਤੇ ਉਹਨਾਂ ਘਰੇ ਬਾਈ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਤਾਂ ਕੰਮ ਕਰਨ ਦਾ ਰੂੜੀ ਪਾਉਂਦਾ ਆ ਤੇ ਉਹ ਆ ਕੇ ਗਲ ਪੈ ਗਏ ਚਾਚਾ ਜੀ ਦੇ ਤੇ ਉਹਨਾਂ ਨੇ ਮੁੜ ਕੇ ਜਦੋਂ ਗਲ ਪੈ ਗਏ ਅਸੀਂ ਘਰੋਂ ਭੱਜੇ ਅਸੀਂ ਵੀ ਆ ਗਏ। ਫਿਰ ਉਹਨਾਂ ਨੇ ਸਾਡੇ ਮਾਰ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਕੋਲ ਕੁਝ ਨਹੀਂ, ਉਹਨਾਂ ਕੋਲ ਸਭ ਕੁਝ ਹੈਗਾ, ਕਿਰਪਾਨਾਂ ਸੀ, ਦਾਤਰ ਸੀ ਤੇ ਗੁਰਭੇਜ ਆਇਆ, ਉਹਨੂੰ ਤੇਜੂ ਕਹਿੰਦੇ ਆ ਤੇ ਇੱਕ ਰਾਂ ਵਜਾ ਹੜ ਢਾ ਆ ਗਿਆ। ਫਿਰ ਬਾਰੀ ਖੋਲ ਕੇ ਨੇ ਲਲਕਾਰਾ ਮਾਰਿਆ ਵੀ ਫੜ ਲਓ ਤੇ ਉਹਨੇ ਮੁੜ ਕੇ ਆ ਕੇ ਤੇ ਇੱਕ ਨੇ ਉਹਦੇ ਚਾਚੇ ਜੀ ਦੇ ਡੈਥ ਹੋਈ ਜਿਹਦੀ, ਉਹਦੇ ਦਾਤਰ ਠੋਕਿਆ, ਦੂਜਾ ਕਸਗਾ ਠੋਕਿਆ ਤੇ ਇਹਨੇ ਗੁਰਭੇਜ ਨੇ ਉੱਤੋਂ ਕਾਪਾ ਠੋਕਾ ਤੇ ਪੱਠਿਆਂ ਵਾਲਾ ਜਿਹੜਾ ਵੜਦੇ ਆਪਾਂ ਤੇ ਉਹ ਮੁੜ ਕੇ ਚਾਚਾ ਜੀ ਸਾਡਾ ਉੱਥੇ ਪੂਰਾ ਗਿਆ। ਹਾਂਜੀ, ਤੇ ਮੁੜ ਕੇ ਨੇ ਭੱਜੇ ਜਾਂਦੇ ਨੇ, ਫਿਰ ਵਾਈ ਫੈਰ ਕਰ ਗਿਆ 2। ਇਹ ਵੇਖੋ ਜੀ, ਅੱਜ ਤੋਂ 2 ਮਹੀਨੇ ਪਹਿਲਾਂ ਫੈਸਲਾ ਕਰਵਾਇਆ ਸੀ ਜੀ ਸਾਰੀ ਪੰਚਾਇਤ ਨੇ, ਹੋਰ ਵੀ ਬੰਦੇ ਮੋਹਤਬਾਰ ਹੈਗੇ ਸੀ। ਉਹ ਮੁੜ ਕੇ ਲੋਕਡਾਊਨ ਆ ਗਿਆ, ਲੋਕਡਾਊਨ ਦਾ ਕਰਕੇ ਉਹ ਪੂਰੇ ਨਹੀਂ ਪੈ ਸਕੇ। ਹੁਣ ਲੋਕਡਾਊਨ ਟੁੱਟੇ ਤੋਂ ਜਿਹੜਾ ਫੈਸਲਾ ਆਇਆ ਸੀ ਉਹ ਫੈਸਲੇ ਦੇ ਮੁਤਾਬਕ ਪੂਰੇ ਪਾ ਦਿੱਤੇ ਗਏ ਤੇ ਹੁਣ ਉਹ ਘਰ ਵਾਲਿਆਂ ਨੇ ਇਤਰਾਜ਼ ਉਠਾਇਆ ਵੀ ਇਹ ਅਸੀਂ ਇੱਥੇ ਪੂਰੇ ਜਿਹੜੇ ਆ ਵੀ ਨਹੀਂ ਪੈਣ ਦੇਣੇ। ਫਿਰ ਅੱਜ ਦੀ ਘਟਨਾ ਦਾ ਜਿਹੜਾ ਨਾ ਉਸ ਟਾਈਮ ਤੇ ਅਸੀਂ ਮੌਕੇ ਤੇ ਨਹੀਂ ਹੈਗੇ, ਕੀ ਵਾਕਿਆ ਵਾ, ਕੀ ਹੋਇਆ ਵਾ, ਕਿਹੜਾ ਆਇਆ ਵਾ, ਕਿਹੜਾ ਨਹੀਂ ਗਿਆ, ਤੇ ਘਟਨਾ ਜਿਹੜੀ ਹੈ ਬਹੁਤ ਮਾੜੀ ਹੋਈ। ਜਿਹਦੇ ਸਬੰਧ ਦੇ ਵਿੱਚ ਖੇਮ ਕਰਨ ਆਏ ਸੀਗੇ, ਜਿੱਥੇ ਮਦਈ ਜਿਹੜਾ ਰਿਸ਼ਪਾਲ ਸਿੰਘ ਸਨ ਆਫ ਜੋਗਿੰਦਰ ਸਿੰਘ ਜੱਟ ਵਾਸੀ ਮਦਰਾ ਨੇ ਇਹਨਾਂ ਪਾਸ ਆਪਣੀ ਜਿਹੜੀ ਆ ਸਟੇਟਮੈਂਟ, ਆਪਣਾ ਜਿਹੜਾ ਬਿਆਨ ਲਿਖਵਾਇਆ ਵਾ ਕਿ ਉਹ ਆਪਣੇ ਪਿਤਾ ਜੋਗਿੰਦਰ ਸਿੰਘ ਸਨ ਆਫ ਜੈਪ ਸਿੰਘ, ਬਿੱਕਰ ਸਿੰਘ ਸਨ ਆਫ ਗੁਰਮੇਜ ਸਿੰਘ, ਸੁਖਦੇਵ ਸਿੰਘ ਸਨ ਆਫ ਗੁਰਮੇਜ ਸਿੰਘ, ਬਲਵਿੰਦਰ ਸਿੰਘ ਸਨ ਆਫ ਗੁਰਮੇਜ ਸਿੰਘ, ਬਲਕਾਰ ਸਿੰਘ ਸਨ ਆਫ ਦਇਆ ਸਿੰਘ, ਜਸਪਾਲ ਸਿੰਘ ਸਨ ਆਫ ਜੋਗਿੰਦਰ ਸਿੰਘ ਤੇ ਤਰਸੇਮ ਸਿੰਘ ਸਨ ਆਫ ਸੁਖਦੇਵ ਸਿੰਘ ਦੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੇ ਕੰਮਕਾਰ ਕਰ ਰਹੇ ਸੀ ਤੇ ਜਿਹੜੇ ਆਪਣੇ ਪੂਰੇ ਆ ਉਹ ਜਿਹੜੇ ਸੀਗੇ ਪਾ ਰਹੇ ਸੀਗੇ। ਤੇ ਜਿਹੜੀ ਆ ਦੂਸਰੀ ਧਿਰ ਜਿਹੜੀ ਆ ਮਨਜੀਤ ਸਿੰਘ ਸਨ ਆਫ ਸੀਤਲ ਸਿੰਘ ਸਨ ਆਫ ਠਾਕਰ ਸਿੰਘ, ਸਰਵਣ ਸਿੰਘ ਸਨ ਆਫ ਦਰਸ਼ਨ ਸਿੰਘ, ਲਾਭ ਸਿੰਘ ਸਨ ਆਫ ਦਰਸ਼ਨ ਸਿੰਘ ਸਨ ਆਫ ਠਾਕਰ ਸਿੰਘ, ਗੁਰਭੇਜ ਸਿੰਘ ਭੇਜਾ ਤੇ ਜੱਸਾ ਸਿੰਘ ਤੇ ਲਵਪ੍ਰੀਤ ਸਿੰਘ ਜਿਹੜੇ ਆ ਮਸਲਾ ਡਾਂਗਾ, ਕਿਰਪਾਨਾਂ, ਬੇਸਬਾਲ ਦੇ ਨਾਲ ਉੱਥੇ ਆਏ ਆ, ਜਿਨ੍ਹਾਂ ਨੇ ਸਾਡੇ ਜਿਹੜਾ ਆਉਂਦੇ ਹੀ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵਾ ਤੇ ਮੇਰੇ ਬਾਪ ਦੇ ਜਿਹੜਾ ਵਾ ਸਿਰ ਦੇ ਵਿੱਚ ਵੀ ਜਿਹੜੀਆਂ ਸਖਤ ਸੱਟਾਂ ਵੱਜੀਆਂ ਵਾ, ਜਿਹਦੇ ਕਰਕੇ ਉਹਦੇ ਬਾਪ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਆ। ਤੇ ਜਿਹਦੇ ਸਬੰਧ ਤੇ ਜਿਹਦੇ ਬਿਆਨਾਂ ਦੇ ਉੱਤੇ ਜਿਹੜੀ ਆ ਨਾ ਖਾਲੜਾ ਥਾਣੇ ਵਿਖੇ FIR 302, 148, 49, 307, 326, 323, 324 ਦੇ ਤਹਿਤ ਦਰਜ ਕੀਤੀ ਜਾ ਰਹੀ ਆ ਤੇ ਦਰਜ ਕਰਕੇ ਇਹਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ। ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕੋਟ ਬੁੱਢਾ ਚ ਬੈਂਕ HDFC ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਬੈਂਕ ਦੀ ਛੱਤ ਤੇ ਰਿਹਾਇਸ਼ ਕਰ ਰਹੇ ਕਾਲੂ ਸਿੰਘ ਨੇ ਸਵੇਰੇ ਦੇਖਿਆ ਕਿ ਬੈਂਕ ਦੇ ਜਿੰਦਰੇ ਟੁੱਟੇ ਸਨ। ਉਸਨੇ ਉਸੇ ਸਮੇਂ ਪਿੰਡ ਦੇ ਸਰਪੰਚ ਨੂੰ ਦੱਸਿਆ। ਇਸ ਮੌਕੇ ਆਏ ਸਰਪੰਚ ਨੇ ਪੁਲਿਸ ਚੌਂਕੀ ਵਿਖੇ ਸੂਚਨਾ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ SHO ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਬੈਂਕ ਲੁੱਟਣ ਤੋਂ ਬਚਾਅ ਹੋ ਗਿਆ ਹੈ, ਪਰ ਕੁਝ ਕਾਗਜ਼ਾਂ ਵਿੱਚ ਛੇੜਛਾੜ ਜ਼ਰੂਰ ਕੀਤੀ ਗਈ ਹੈ। CCTV ਕੈਮਰੇ ਚੈੱਕ ਕੀਤੇ ਜਾ ਰਹੇ ਨੇ। ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਅਟੈਂਪਟ ਹੋਈ ਹੈ ਬੈਂਕ ਦੀ ਲੁੱਟਿਆ ਵੈਸੇ ਕੁਝ ਨਹੀਂ ਗਿਆ, ਅਟੈਂਪਟ ਹੋਈ ਹੈ, ਉਹਨਾਂ ਕੋਸ਼ਿਸ਼ ਕੀਤੀ ਹੈ ਪਰ ਕਾਮਯਾਬ ਨਹੀਂ ਹੋਏ। ਬਾਕੀ CCTV ਫੁਟੇਜ ਵੇਖ ਰਹੇ ਹਾਂ, ਚੈੱਕ ਕਰ ਰਹੇ ਹਾਂ ਤੇ ਜਲਦੀ ਰੌਂਡ ਅਪ ਕਰਾਂਗੇ। ਕੋਈ ਸਰ ਹੋਰ ਕੋਈ ਉਮੀਦ ਕੋਈ ਹੈਗੀ ਤੇ ਕੋਈ ਨਹੀਂ ਅਜੇ ਤਾਂ ਇਹਨੂੰ ਦੱਸਿਆ ਨਹੀਂ। ਕੋਈ ਬੈਂਕ ਮੈਨੇਜਰ ਵੇਖ ਰਿਹਾ ਆਪਣਾ ਆ ਕੇ ਰਿਕਾਰਡ ਜੋ ਵੀ ਵੇਖਦੇ ਫਿਰ ਉਸ ਹਿਸਾਬ ਨਾਲ ਬੰਦੀ ਕਾਰਵਾਈ ਕਰਦੇ ਨੇ, ਜੋ ਬਿਆਨ ਲਿਖਾਉਂਦੇ। ਸਰ CCTV ਕੈਮਰੇ ਲੱਗੇ ਭਲਾ ਕਿ ਨਹੀਂ? CCTV ਕੈਮਰੇ ਲੱਗੇ ਹੋਏ, ਚੈੱਕ ਕਰ ਰਹੇ ਹਾਂ, ਉਹਦੇ 'ਚ ਵੇਖਦੇ ਜੋ ਵੀ ਫਿਰ ਆਉਂਦਾ ਵਾ ਉਹ ਸਾਰਾ ਤਫਤੀਸ਼ ਕਰਦੇ ਹਾਂ। ਮੈਨੂੰ ਜੀ ਸਵੇਰੇ ਸਵਖਤੇ ਆਪਣੇ ਜਿਹੜੀ HDFC ਬੈਂਕ ਦੇ ਗੇਟ ਤੋੜਿਆ ਨੇ, ਉਹਦੇ ਆਪਣੇ ਉੱਤੇ ਰਹਿਸ਼ ਆ ਮੁੰਡੇ ਦੀ ਕਾਲੂ ਸਿੰਘ ਆ, ਉਹਨੇ ਜਾ ਕੇ ਦੱਸਿਆ ਵੀ ਇਤਨਾ ਆਪਣੇ ਗੇਟ ਟੁੱਟਾ ਤੇ ਆਪਣਾ ਤੁਸੀਂ ਮੈਨੂੰ ਤੇ ਦੱਸੋ। ਮੈਂ ਉਸ ਵੇਲੇ ਤਲਾਹ ਜਿਹੜੀ ਚੌਂਕੀ ਪਹੁੰਚਾਈ ਆ, ਨਾਲ ਚੌਂਕੀ ਦੇ ਮੈਂ ਆਪਣਾ ਉਸ ਵੇਲੇ ਆਪਣਾ ਥਾਣੇ ਦੇ ਕਰਤੀ ਆ। ਫਿਰ ਨਾਲ ਮੈਂ ਬੈਂਕ ਵਾਲੇ ਮੈਨੇਜਰ ਨੂੰ ਫੋਨ ਕਰਤਾ
ਤੇ ਮੌਕੇ ਤੇ ਪਹੁੰਚੀ ਚੌਂਕੀ ਵਾਲੇ ਇੰਚਾਰਜ ਸਰਦਾਰ ਚਰਨ ਸਿੰਘ ਜੀ ਆ ਗਏ, ਐਸਐਚਓ ਆਪਣੇ ਸਦਰ ਮੋੜ ਵਾਲੇ ਵੀ ਆ ਗਏ। ਤੇ ਜਿੰਨਾ ਚਿਰ ਮੈਨੇਜਰ ਸਾਹਿਬ ਨਹੀਂ ਆਏ ਉਹਨਾਂ ਚਿਰ ਉਹਨਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ। ਮੈਨੇਜਰ ਸਾਹਿਬ ਤੋਂ ਆਉਣ ਤੋਂ ਬਾਅਦ ਅਸੀਂ ਅੰਦਰ ਵੇਖਿਆ ਵਾ ਤੇ ਮੈਂ ਉਹਨਾਂ ਨੂੰ ਪੁੱਛਿਆ ਵਾ ਆਪਣੇ ਨੂੰ ਕੈਸ਼ੀਅਰ ਨੂੰ ਸਾਨੂੰ, ਉਹਨਾਂ ਕਿਹਾ ਵੀ ਸਾਡੇ ਪੈਸਾ ਪੂਸਾ ਦਾ ਨੁਕਸਾਨ ਤਾਂ ਨਹੀਂਗਾ ਕੋਈ, ਪਰ ਆਪਣਾ ਜਿਹੜੇ ਕਾਗਜ਼ ਪੱਤਰ ਉਹ ਫੋਲਦੇ ਫਾਲਦੇ ਕੇ ਤੋੜ ਭੰਨ ਜਿਹੜੀ ਉਹ ਬੜੇ ਅੰਦਰ ਕਮਰੇ 'ਚ ਕੀਤੀ ਹੈ। ਅਗਲੇ ਮਹੀਨੇ ਦੀ 1 ਤਰੀਕ ਨੂੰ ਸ਼ੁਰੂ ਹੋਣ ਵਾਲੀ ਰੇਲ ਸੇਵਾ ਲਈ ਜਲੰਧਰ ਦੇ ਸਟੇਸ਼ਨ ਉੱਤੇ ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਬੁਕਿੰਗ ਵਿੰਡੋ ਦੇ ਬਾਹਰ ਗੋਲੇ ਲਗਾ ਦਿੱਤੇ ਗਏ ਹਨ ਅਤੇ ਸਫਾਈ ਵੱਡੇ ਪੱਧਰ ਉੱਤੇ ਜਾਰੀ ਹੈ। ਦੇਖਦੇ ਹਾਂ ਸਾਡੀ ਖਾਸ ਰਿਪੋਰਟ। ਪਹਿਲੀ ਜੂਨ ਤੋਂ ਜਲੰਧਰ ਤੋਂ ਵੀ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਜਲੰਧਰ ਤੋਂ 4 ਟ੍ਰੇਨਾਂ ਚੱਲਣਗੀਆਂ, ਜਿਨ੍ਹਾਂ ਵਿੱਚੋਂ 3 ਮਹਾਰਾਸ਼ਟਰ ਅਤੇ 1 ਜੈਨਗਰ ਉੱਤਰ ਪ੍ਰਦੇਸ਼ ਨੂੰ ਚੱਲੇਗੀ। ਜਲੰਧਰ ਸਟੇਸ਼ਨ ਯਾਤਰੀਆਂ ਲਈ ਚੰਗੇ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਬੁਕਿੰਗ ਵਿੰਡੋ ਦੇ ਬਾਹਰ ਗੋਲੇ ਲਗਾ ਕੇ ਸੋਸ਼ਲ ਡਿਸਟੈਂਸ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਲੋਕ ਬੁਕਿੰਗ ਕਰਾਉਣ ਆ ਰਹੇ ਨੇ। ਉੱਥੇ ਹੀ ਡਿਵੀਜ਼ਨਲ ਰੇਲਵੇ ਮੈਨੇਜਰ ਰਾਕੇਸ਼ ਅਗਰਵਾਲ ਨੇ ਜਲੰਧਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਮੀਡੀਆ ਨਾਲ ਗੱਲ ਕਰਦੇ ਹੋਏ DRM ਨੇ ਦੱਸਿਆ ਕਿ 1 ਤਰੀਕ ਤੋਂ ਦੇਸ਼ ਭਰ ਵਿੱਚ ਰੇਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਆਨਲਾਈਨ ਬੁਕਿੰਗ ਦੇ ਨਾਲ ਰੇਲਵੇ ਸਟੇਸ਼ਨ ਉੱਤੇ ਵੀ ਕਾਊਂਟਰ ਚਾਲੂ ਕੀਤੇ ਗਏ ਹਨ। ਸਟੇਸ਼ਨ ਉੱਤੇ ਮੁਸਾਫਰਾਂ ਦੀ ਸਹੂਲਤ ਲਈ ਸਟਾਲ ਸ਼ੁਰੂ ਕੀਤੇ ਜਾ ਰਹੇ ਨੇ। ਰੇਲ ਗੱਡੀਆਂ ਵਿੱਚ ਵੀ कोरोना महामारी के चलते सावधानी बरती जा रही है। जैसा कि आप सबको पता है कि कोविड महामारी के दौरान यात्री सेवाओं को ही सिर्फ रोक दिया गया था, जिससे कि संक्रमण ना फैले। इसके अलावा बाकी सभी कार्य, चाहे वो मालगाड़ियों का संचालन हो, पार्सल गाड़ियों का संचालन हो, अनुरक्षण के लिए संचालन हो, वो सभी कार्य रेलवे अनवरत रूप से करती चली आ रही है। और अब लॉकडाउन के काफ़ी समय के पश्चात लोगों में अपने परिवार से मिलने की इच्छा हो गई थी, इसलिए भारत सरकार ने मजदूर दिवस के अवसर पर श्रमिक स्पेशल ट्रेनों को चलाने का कार्य प्रारंभ किया। और जैसे ही ये आदेश प्राप्त हुआ, मुझे बड़ी खुशी है बताते हुए कि पंजाब सरकार ने बहुत ही अच्छा प्रयास करते हुए सभी का कोवा ऐप के माध्यम से रजिस्ट्रेशन किया। और हम सब लोगों को जो डिमांड दी, उनकी डिमांड के अनुरूप 375 ट्रेनें, जो कि देश में शायद दूसरे नंबर है गुजरात के बाद, मैक्सिमम ट्रेनें चलाई गई। और यहाँ से करीबन 4.5 लाख लोगों को उनके अपने निवास स्थान तक सकुशल अच्छे ढंग से भेजा गया। उनके साथ उनके खाने पानी की और रास्ते में भी खाने पीने की अच्छी व्यवस्था करी गई। आप सबको अब तक शायद जानकारी हो गई होगी कि जो 15 स्पेशल ट्रेनें चलाई गई थी, उसमें से सिर्फ 1 ट्रेन जम्मू के लिए मिली थी, जो कि लुधियाना होकर के जाती है। और पंजाब राज्य का जो कुछ भी ट्रैफिक है वो लुधियाना के माध्यम से सर्व हो रहा था। पर अभी जो 100 पेयर्स ट्रेन भारत सरकार 1 जून से चलाने जा रही है, उसमें 8 पेयर ट्रेन अमृतसर लुधियाना रूट से ही जा रही है। तो इसलिए अमृतसर और लुधियाना जो लिंक है, मेन लिंक है पंजाब को सर्व करने वाला, अमृतसर, ब्यास, जलंधर, फिल्लौर, फगवाड़ा, लुधियाना, सभी प्रमुख शहरों से गुजर करके जाएगी। और ये 8 पेयर ट्रेनें देश के विभिन्न स्थानों में जा रही हैं। जब ये परिस्थिति बनी है, संक्रमण को रोकने के लिए जो भी उपाय करने हैं वो हमेशा प्रायोरिटी नंबर 1 रहेंगे। उसके बाद ही लोगों को जो है गाड़ियों के अंदर प्रवेश दिया जाएगा। हमने श्रमिक स्पेशल जो चलाई 375 ट्रेनें, उसमें भी राज्य सरकार की मदद से इसकी सभी रोकथाम की व्यवस्था करी गई। उसमें उनकी प्रॉपर मेडिकल स्कैनिंग होती थी, उसके बाद ही उनको एक सोशल डिस्टेंस मेंटेन करते हुए ट्रेनों में बैठाया जाता था। उसी प्रकार इन गाड़ियों में भी मेडिकल की स्कैनिंग होगी और उसके पश्चात ही सोशल डिस्टेंसिंग को मेंटेन करते हुए उनको गाड़ियों में बैठाया जाएगा। इसके लिए सिर्फ वही लोग परमिट किए जाएंगे जिनके पास आरक्षण है, जो आरक्षित है। उनके साथ ना तो कोई अटेंडेंट आ सकता है, ना कोई और आदमी आ सकता है। तो उनको जो कुछ भी अपना आना है, अकेले आना है। और एक बार वो स्टेशन आ जाएंगे, तब उनको आरक्षित टिकट दिखा करके, मेडिकल स्कैनिंग करा करके, और तब उन्हें जो उनका प्लेटफॉर्म होगा वो बता दिया जाएगा और वो जा करके अपने कोच में अपने स्थान पर बैठ जाएंगे। ਆਪਣੇ ਘਰ ਨੂੰ ਵਾਪਸ ਜਾਣ ਲਈ 8 ਤਰੀਕ ਦੀ ਬੁਕਿੰਗ ਕਰਵਾਉਣ ਆਏ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ ਇੱਥੇ ਬਿਨਾਂ ਕੰਮਕਾਜ ਦੇ ਫਸਿਆ ਹੋਇਆ ਹੈ ਅਤੇ ਹੁਣ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦਾ है। गोंडा के लिए। कब जाना है? 18 तारीख। तो क्या काम करते हैं यहाँ पे, अभी क्यों जा रहे हैं? रिक्शा चलाते रहेंगे। वापस क्यों जा रहे हो?
आप पर जा रहे हैं जी, क्या करें बाबू जी, सब भूखे मर रहे हैं, कोई कमाई काम धाम है ही नहीं। तो सरकार वगैरह आपको कुछ नहीं दे रही खाने पीने के लिए? अब खाने पीने के लिए सरकार बाबू जी जो दिया वो आज तक चलो खाए पिए, कितना सरकार क्या देगा। सरकार फिर भी चलो मदद बहुत किया लोगों का, तो इसी करके बाबू जी जा रहे हैं। सर घनश्याम नाम है, मैं 4 जन की बुक कराने आया था टिकट। हाँ जी। टिकट होगी क्या? सर टिकट सर बुक नहीं हुई इन्होंने। क्या बोल रहे? वो कह रहे वेटिंग है, फिर मतलब कहते हैं कोई पक्का नहीं है, कन्फर्म होगी कि नहीं, फिर इसलिए सर कराई नहीं है। हाँ जी। तो अभी क्या प्लानिंग आगे की? हाँ जी, आगे क्या करना, कब जाना है? सर अब वेटिंग दे रहे ना, कन्फर्म होगी फिर ही अब क्या कराना सर, अभी जाएंगे थोड़ी ना, फिर बाद में जाएंगे फिर। मैं मार्च महीने ਦੀਆਂ ਟਿਕਟਾਂ ਬੁੱਕ ਰਹੀਆਂ ਹਜੂਰ ਸਾਹਿਬ ਦੀਆਂ 25 ਮਾਰਚ ਦੀਆਂ। ਉਹ 22 ਤਰੀਕ ਨੂੰ ਲੋਕਡਾਊਨ ਹੋ ਗਿਆ, 22 ਮਾਰਚ ਨੂੰ, ਉਸ ਕਰਕੇ ਸਾਰੀਆਂ ਗੱਡੀਆਂ ਬੱਸਾਂ ਸਭ ਕੁਝ ਬੰਦ ਹੋ ਗਿਆ, तो ਟਿਕਟਾਂ ਫਿਰ ਕੈਂਸਲੇਸ਼ਨ ਹੋ ਗਈਆਂ। तो ਹੁਣ ਉਹਦਾ ਮੈਂ ਰਿਫੰਡ ਲੈਣ ਆਇਆ ਸੀ, ਉਹ ਬਿਨਾਂ ਕੁਝ ਕੱਟੇ ਫੁੱਲ ਪੇਮੈਂਟ ਦੇ ਰਹੇ ਨੇ ਰੇਲਵੇ ਵਾਲੇ। ਉਸ ਤੋਂ ਬਾਅਦ ਮੈਂ ਫਿਰ ਜੂਨ ਦੀਆਂ ਕਰਾਈਆਂ, ਕਿਉਂਕਿ ਮੈਂ ਹਰ ਮਹੀਨੇ ਹਜੂਰ ਸਾਹਿਬ ਜਾਂਦਾ ਵਾਂ, ਸਾਡੀਆਂ ਜੱਥਾ ਸੀਗਾ ਜਾਣਾ, ਜੂਨ ਮਹੀਨੇ ਦੀਆਂ ਸਾਡੀਆਂ 6 ਟਿਕਟਾਂ ਬੁੱਕ ਸੀਗੀਆਂ ਪਰਿਵਾਰ ਦੀਆਂ, ਉਹ ਕੈਂਸਲ ਕਰਾਈਆਂ ਹੈਗੀਆਂ ਨੇ, ਕਿਉਂਕਿ ਉਹ ਵੀ ਹੁਣ ਸਰਕਾਰ ਨੇ 30 ਜੂਨ ਤੱਕ ਜਿਹੜੀਆਂ ਟਿਕਟਾਂ ਬੁੱਕ ਸੀਗੀਆਂ ਗੱਡੀਆਂ ਸਭ ਦੀਆਂ ਕੈਂਸਲ ਕਰਤੀਆਂ ਸੀ। ਹੁਣ ਅੱਗੋਂ ਫਿਰ ਨਵੇਂ ਸਿਰੋਂ ਜਦੋਂ ਗੁਰਧਾਮ ਖੁੱਲ੍ਹਣਗੇ, ਨਵੇਂ ਸਿਰੇ ਟਿਕਟਾਂ ਬੁੱਕ ਕਰਾ ਕੇ ਜਿੱਦਾਂ ਸਿਸਟਮ ਬਣੇਗਾ ਫਿਰ ਉਹੀ ਜਾਵਾਂਗੇ। ਸਾਨੂੰ ਪੂਰੇ ਟਿਕਟ ਵਾਪਸ ਪੇਮੈਂਟ ਰਿਫੰਡ ਕਰਤੀ ਹੈ, ਇਹ ਟਿਕਟਾਂ ਕੈਂਸਲੇਸ਼ਨ ਦੀਆਂ ਮੇਰੇ ਕੋਲ ਜੀ। ਦਿਨੋ ਦਿਨ ਕੋਰੋਨਾ ਵਾਇਰਸ ਨੂੰ ਕਾਬੂ 'ਚ ਲਿਆਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਸ ਦੇ ਮੱਦੇਨਜ਼ਰ ਅਰਥ ਵਿਵਸਥਾ ਅਤੇ ਆਵਾਜਾਈ ਮੁੜ ਤੋਂ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜਲੰਧਰ ਤੋਂ ਪਰਮਜੀਤ ਸਿੰਘ ਦੀ ਖਾਸ ਰਿਪੋਰਟ। ਅੰਮ੍ਰਿਤਸਰ ਪੁਲਿਸ ਵੱਲੋਂ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਹ ਚੈਕਿੰਗ ਖੁਦ ਏਡੀਸੀਪੀ ਸ਼ਹਿਰ ਹਰਪਾਲ ਸਿੰਘ ਕਰ ਰਹੇ ਨੇ, ਜਿਸ ਦੇ ਦੌਰਾਨ ਹਰ ਇੱਕ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਨੇ ਦੱਸਿਆ ਕਿ ਜਿਹੜੇ ਲੋਕ ਮੂੰਹ ਤੇ ਮਾਸਕ ਨਹੀਂ ਪਹਿਨਦੇ, ਖਾਸ ਕਰਕੇ ਉਹਨਾਂ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ, ਤੇ ਜਿਹੜੇ ਲੋਕ ਗੱਡੀਆਂ ਦੇ ਵਿੱਚ 4 ਤੋਂ ਵੱਧ ਸਵਾਰੀਆਂ ਬਿਠਾ ਰਹੇ ਨੇ ਅਤੇ ਜਿਹੜੇ ਆਟੋ ਵਾਲੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰਦੇ, ਉਹਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿਨ੍ਹਾਂ ਵਿੱਚੋਂ ਹੁਣ ਤੱਕ 25 ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਨੇ। मैं ADCP 3 ਹਰਪਾਲ ਸਿੰਘ ਰੰਧਾਵਾ ਅੰਮ੍ਰਿਤਸਰ ਸਿਟੀ ਤੋਂ। ਅਸੀਂ ਗੋਲਡਨ ਗੇਟ ਨਾਕੇ ਦੇ ਉੱਤੇ ਇੱਥੇ ਨਾਕਾ ਲਾਇਆ ਵਾ। ਜਿਹੜੇ ਲੋਕੀ ਸੋਸ਼ਲ ਡਿਸਟੈਂਸ ਦਾ ਨਹੀਂ ਧਿਆਨ ਰੱਖਦੇ, ਗੱਡੀਆਂ ਦੇ ਵਿੱਚ ਵੱਧ ਸਵਾਰੀਆਂ ਲੈ ਕੇ ਜਾ ਰਹੇ ਨੇ, ਜਾਂ ਜਿਹੜਾ ਫੇਸ ਉੱਤੇ ਮਾਸਕ ਨਹੀਂ ਲਾਇਆ, ਉਹਨਾਂ ਦੇ ਜਿਹੜੇ ਆ ਚਲਾਨ ਕਰ ਰਹੇ ਨੇ ਜੁਰਮਾਨਾ ਲਾ ਕੇ। ਔਰ ਜਿਹੜੇ ਨਾਲ ਹੀ ਉਹਨਾਂ ਨੂੰ ਅਸੀਂ ਜਿਹੜਾ ਮਾਸਕ ਜਿਹੜਾ ਵਾ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਦੇ ਰਹੇ ਹਾਂ। ਸਰ ਜਿਹੜਾ ਮਾਸਕ ਦਾ 200 ਰੁਪਏ ਰੱਖਿਆ ਉਹਦਾ ਕੋਈ ਚਲਾਨ ਵਗੈਰਾ? ਨਹੀਂ ਜੀ 200 ਨਹੀਂ, ਹੁਣ 500 ਰੁਪਏ ਹੈ ਜੀ। 500 ਰੁਪਏ ਹੋ ਗਿਆ ਜੀ, ਹੁਣ 500 ਰੁਪਏ ਦਾ ਅਸੀਂ ਉਹਦੇ ਚਲਾਨ ਕਰ ਰਹੇ ਹਾਂ। ਸਰ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਘਰਾਂ ਦੇ ਵਿੱਚ ਨਜਾਇਜ਼ ਨਿਕਲ ਰਹੇ ਨੇ? ਜਿਹੜੇ ਖਾਮ-ਖਾ ਜੀ ਲੋੜ ਨਹੀਂ ਹੈਗੀ, ਐਵੇਂ ਕਦੀ ਮਾਸੀ ਕੋਲ ਚਲ ਗਏ, ਉਹ ਫੱਫੜ ਕੋਲ ਚਲ ਗਏ, ਇਹਨਾਂ ਨੂੰ ਮੇਰੀ ਬੇਨਤੀ ਆ ਕਿ ਆਰਾਮ ਨਾਲ ਘਰਾਂ 'ਚ ਬੈਠੋ, ਸੋਸ਼ਲ ਡਿਸਟੈਂਸ ਦਾ ਧਿਆਨ ਰੱਖੋ। ਰੋਜ਼ ਜਿਹੜੇ ਆ ਇਹ ਵੱਧ ਰਹੇ ਨੇ ਮਰੀਜ਼, ਤੇ ਜਾਣ ਬੁੱਝ ਕੇ ਖਾਮ-ਖਾ ਜਿਸ ਚੀਜ਼ ਦੀ ਖਾਸ ਲੋੜ ਆ ਤਾਂ ਘਰ 'ਚੋਂ ਬਾਹਰ ਨਿਕਲੋ, ਨਹੀਂ ਤਾਂ ਨਾ ਨਿਕਲੋ। ਔਰ ਸੋਸ਼ਲ ਡਿਸਟੈਂਸ ਦਾ ਧਿਆਨ ਰੱਖੋ, ਫੇਸ ਦੇ ਉੱਤੇ ਮਾਸਕ ਲਾ ਕੇ ਰੱਖੋ। ਸਰ ਕਿੰਨੇ ਚਲਾਨ ਹੋ ਗਏ ਤੁਸੀਂ? ਹੁਣ ਕਰੀਬ ਅਸੀਂ ਇੱਥੇ 25 ਚਲਾਨ ਕਰ ਚੁੱਕੇ ਹਾਂ। ਅਜੇ ਸਵੇਰੇ ਦਿਨ ਹੀ ਚੜ੍ਹਿਆ ਅਜੇ, ਤੇ ਸ਼ਾਮ ਤੱਕ ਕਰੀਬ ਅਸੀਂ 100-150 ਚਲਾਨ ਇਸੇ ਪੁਆਇੰਟ ਤੇ ਕਰ ਦੇਣਾ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਪੰਜਾਬ ਦੀ ਸਿਆਸਤ 'ਚ ਭਖਿਆ ਬੀਜ ਘੁਟਾਲੇ ਦਾ ਮਾਮਲਾ। ਤ੍ਰਿਪਤ ਬਾਜਵਾ ਤੇ ਸੁਖਬੀਰ ਬਾਦਲ ਆਮੋ ਸਾਹਮਣੇ। ਤਰਨਤਾਰਨ 'ਚ ਨਿਕਾਸੀ ਨਾਲੇ ਦੀ ਪਾਈਪ ਕਾਰਨ ਤੋਂ ਪਰਿਵਾਰਾਂ ਵਿੱਚ ਹੋਇਆ ਝਗੜਾ। ਇੱਕ ਵਿਅਕਤੀ ਦੀ ਹੋਈ ਮੌਤ ਤੇ ਅੱਧੇ ਦਰਜਨ ਦੇ ਕਰੀਬ ਹੋਏ ਜ਼ਖਮੀ। ਅਜਨਾਲਾ 'ਚ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ। ਸਰਕਾਰ ਵੱਲੋਂ ਮੋਟਰਾਂ ਦੇ ਬਿੱਲ ਲਾਗੂ ਕਰਨ ਦੀ ਤਿਆਰੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Ashoka Tandoori Range. Enjoy the Indian taste.